ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਚੈਨਲ ਧਰਤ ਲੁਕਾਈ ਵਿੱਚ ਸਵਾਗਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਤਲਖੀ ਫਿਰ ਜ਼ੋਰ ਫੜ ਗਈ ਹੈ। ਤਾਜ਼ਾ ਘਟਨਾਕ੍ਰਮ ਵਿੱਚ ਰਾਜਪਾਲ ਵੱਲੋਂ ਪਹਿਲਾਂ ਪੰਜਾਬ ਸਰਕਾਰ ਦੁਆਰਾ ਲਏ ਗਏ ਨਵੇਂ ਕਰਜ਼ਿਆਂ ਸੰਬੰਧੀ ਜਾਣਕਾਰੀ ਮੰਗੀ ਗਈ ਸੀ, ਜੋ ਪੰਜਾਬ ਸਰਕਾਰ ਨੇ ਮੁਹੱਈਆ ਕਰਾ ਦਿੱਤੀ। ਪਰ ਨਾਲ ਹੀ ਇੱਕ ਚਿੱਠੀ ਰਾਹੀਂ ਰਾਜਪਾਲ ਨੂੰ ਕੇਂਦਰ ਸਰਕਾਰ ਦੁਆਰਾ ਰੋਕੇ ਗਏ RDF ਰੂਰਲ ਡਿਵੈਲਪਮੈਂਟ ਫੰਡ ਦੇ 4000 ਕਰੋੜ ਰੁਪਏ ਰਿਲੀਜ਼ ਕਰਵਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਰਾਜਪਾਲ ਨੇ ਇਸ ਅਪੀਲ ਪ੍ਰਤੀ ਕੋਈ ਹੁੰਗਾਰਾ ਤਾਂ ਨਹੀਂ ਭਰਿਆ, ਪਰ ਪੰਜਾਬ ਵਿੱਚ ਚੱਲ ਰਹੇ ਨਜਾਇਜ਼ ਖਨਨ ਸਮੇਤ ਹੋਰ ਕਈ ਜਾਣਕਾਰੀਆਂ ਮੰਗ ਲਈਆਂ। ਸਬੰਧਾਂ ਵਿੱਚ ਹੋਰ ਕੜਵਾਹਟ ਆ ਜਾਣੀ ਯਕੀਨੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਗਵਰਨਰ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੋ ਚੁੱਕੇ ਹਨ। ਮੁੱਖ ਮੰਤਰੀ ਪੰਜਾਬ ਕਈ ਵਾਰ ਜਨਤਕ ਤੌਰ ਤੇ ਗਵਰਨਰ ਸਾਹਿਬ ਦੀਆਂ ਵਧੀਕੀਆਂ ਅਤੇ ਉਹਨਾਂ ਤੇ BJP ਦੇ ਇਸ਼ਾਰੇ ਤੇ ਕੰਮ ਕਰਨ ਦਾ ਇਲਜ਼ਾਮ ਲਗਾ ਚੁੱਕੇ ਹਨ। ਉਹਨਾਂ ਰਾਜ ਭਵਨ ਨੂੰ BJP ਦਾ ਦਫ਼ਤਰ ਕਹਿਣ ਵਿੱਚ ਵੀ ਕੋਈ ਹਿਚਕ ਮਹਿਸੂਸ ਨਹੀਂ ਕੀਤੀ। ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਹੀ ਰਾਜਪਾਲ ਤੇ ਮੁੱਖ ਮੰਤਰੀ ਵਿੱਚ ਦੂਰੀਆਂ ਬਣਨ ਲੱਗੀਆਂ। ਗਵਰਨਰ ਵੱਲੋਂ ਸਰਹੱਦੀ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨੀ ਰਾਜ ਸਰਕਾਰ ਨੂੰ ਬੜੀ ਨਾਗਵਾਰ ਗੁਜ਼ਰੀ। ਗਵਰਨਰ ਆਮ ਤੌਰ ਤੇ ਪ੍ਰੈਸ ਕਾਨਫਰੰਸ ਨਹੀਂ ਕਰਿਆ ਕਰਦੇ। ਅਜਿਹੀਆਂ ਮਿਸਾਲਾਂ ਬਹੁਤ ਵਿਰਲੀਆਂ ਹੀ ਹਨ ਜਦ ਕਿਸੇ ਗਵਰਨਰ ਨੇ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਪ੍ਰੈਸ ਕਾਨਫਰੰਸ ਕੀਤੀ ਹੋਵੇ। ਰਾਜਪਾਲ ਦੀ ਨਿਯੁਕਤੀ ਕੇਂਦਰ ਸਰਕਾਰ ਦੁਆਰਾ ਰਾਸ਼ਟਰਪਤੀ ਦੀ ਸਹਿਮਤੀ ਰਾਹੀਂ ਕੀਤੀ ਜਾਂਦੀ ਹੈ। ਜ਼ਾਹਿਰ ਹੈ ਕੇਂਦਰੀ ਸਰਕਾਰ ਵਿਰੋਧੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਨੂੰ ਰਾਜਪਾਲ ਰਾਹੀਂ ਤੰਗ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਭਗਤ ਸਿੰਘ ਕੋਸ਼ਿਆਰੀ, ਵੈਸਟ ਬੰਗਾਲ ਵਿੱਚ ਰਾਜਪਾਲ ਰਹੇ ਜਗਦੀਸ਼ ਧਨਖੜ ਅਤੇ ਦਿੱਲੀ ਦੇ LG ਨਜੀਬ ਜੰਗ, ਅਨਿਲ ਬੈਜਲ ਅਤੇ ਮੌਜੂਦਾ LG ਵਿਨੇ ਸਕਸੈਨਾ ਤੇ ਕੇਂਦਰ ਸਰਕਾਰ ਦੇ ਹੱਕ ਵਿੱਚ ਭੁਗਤਣ ਦੇ ਇਲਜ਼ਾਮ ਲੱਗਦੇ ਰਹੇ ਨੇ, ਜੋ ਕਿ ਆਪਣੇ ਰਾਜਨੀਤਿਕ ਅਕਾਵਾਂ ਦੀ ਇੱਛਾ ਅਨੁਸਾਰ ਹੀ ਕੰਮ ਕਰਦੇ ਰਹੇ ਹਨ। ਜਦ ਪੰਜਾਬ ਸਰਕਾਰ ਨੇ ਸਿੱਖਿਆ ਸੁਧਾਰਾਂ ਦੇ ਚਲਦਿਆਂ ਕੁਝ ਮੁੱਖ ਅਧਿਆਪਕਾਂ ਨੂੰ ਸਿੰਗਾਪੁਰ ਟ੍ਰੇਨਿੰਗ ਵਾਸਤੇ ਭੇਜਿਆ ਤੇ ਰਾਜਪਾਲ ਨੇ ਉਹਨਾਂ ਮੁੱਖ ਅਧਿਆਪਕਾਂ ਦੀ ਯੋਗਤਾ ਅਤੇ ਚੋਣ ਦੇ ਆਧਾਰ ਬਾਰੇ ਸਰਕਾਰ ਨੂੰ ਸਵਾਲ ਕੀਤਾ। ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ਵਿੱਚ ਇਹ ਕਹਿ ਕੇ ਤੁਹਾਡੀ ਨਿਯੁਕਤੀ ਦਾ ਆਧਾਰ ਕੀ ਹੈ ਤੇ ਕੀ ਸੀ ਨਾਲ ਖਲਬਲੀ ਮਚਾਤੀ ਤੇ ਨਵੀਂ ਜ਼ਬਾਨੀ ਜੰਗ ਸ਼ੁਰੂ ਹੋ ਗਈ। ਬਜਟ ਸੈਸ਼ਨ ਨੂੰ ਲੈ ਕੇ ਤਨਾਤਨੀ ਵਿੱਚ ਗੱਲ ਸੁਪਰੀਮ ਕੋਰਟ ਤੱਕ ਪਹੁੰਚ ਗਈ। ਜਦ ਗਵਰਨਰ ਨੇ ਸੈਸ਼ਨ ਦੀ ਇਜਾਜ਼ਤ ਨਾ ਦਿੱਤੀ ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਸਰਕਾਰ ਦੇ ਹੱਕ ਵਿੱਚ ਆਇਆ ਤਾਂ ਜਾ ਕੇ ਗਵਰਨਰ ਸਾਹਿਬ ਨੇ ਬਜਟ ਸੈਸ਼ਨ ਦੀ ਔਪਚਾਰਿਕ ਆਗਿਆ ਦਿੱਤੀ। ਵੈਸੇ ਇਤਿਹਾਸ ਵਿੱਚ ਕਈ ਅਜਿਹੀਆਂ ਵੀ ਉਦਾਹਰਨਾਂ ਹਨ ਜੋ ਜ਼ਬਾਨੀ ਤਕਰਾਰ ਤੋਂ ਕਿਤੇ ਅੱਗੇ ਨਿਕਲ ਗਈਆਂ। 1982 ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ। ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਰਾਜਪਾਲ GD ਤਾਪਸੇ ਨੇ ਭਜਨ ਲਾਲ ਨੂੰ ਅਚਾਨਕ ਹੀ ਮੁੱਖ ਮੰਤਰੀ ਪਦ ਦੀ ਸਹੁੰ ਚੁਕਾ ਦਿੱਤੀ ਤੇ ਕਾਂਗਰਸ ਸਰਕਾਰ ਬਣਾ ਦਿੱਤੀ। ਜਦਕਿ ਕਾਂਗਰਸ ਕੋਲ ਜੇਤੂ ਬਹੁਮਤ ਤਾਂ ਹੈ ਹੀ ਨਹੀਂ ਸੀ, ਅਲਬੱਤਾ ਉਹ ਸਭ ਤੋਂ ਵੱਡੀ ਜੇਤੂ ਪਾਰਟੀ ਵੀ ਨਹੀਂ ਸੀ। ਰਾਜਪਾਲ ਦੇ ਇਸ ਆਪ ਹੁਦਰੇ ਤੋਂ ਤਾਊ ਦੇਵੀਲਾਲ ਇੰਨੇ ਖਫਾ ਹੋ ਗਏ ਕਿ ਉਹਨਾਂ ਰਾਜ ਭਵਨ ਵਿੱਚ ਹੀ ਰਾਜਪਾਲ GD ਤਾਪਸੇ ਦੀ ਠੋਡੀ ਫੜੀ, ਮੂੰਹ ਸਿੱਧਾ ਕਰਕੇ ਜ਼ਬਰਦਸਤ ਥੱਪੜ ਰਸੀਦ ਕਰ ਦਿੱਤਾ। ਬਾਅਦ ਵਿੱਚ ਲੋਕ ਦਲ ਦੇ ਇੱਕ ਸਥਾਨਕ ਨੇਤਾ ਜੋਗਿੰਦਰ ਸਿੰਘ ਹੁੱਡਾ ਨੇ ਭਰੀ ਸਭਾ ਵਿੱਚ ਰਾਜਪਾਲ ਦਾ ਮੂੰਹ ਕਾਲਾ ਕਰ ਦਿੱਤਾ, ਕਿਉਂਕਿ ਉਹ ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ। ਜਦ ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਬਾਰ-ਬਾਰ ਕੁਝ ਜਾਣਕਾਰੀਆਂ ਲਈ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਸਨ ਤਾਂ CM ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਹੀ ਇਹਨਾਂ ਨੂੰ ਲਵ ਲੈਟਰ ਕਹਿ ਕੇ ਮਜ਼ਾਕ ਉਡਾਇਆ। ਗਵਰਨਰ ਨੇ ਸਫਾਈ ਦਿੱਤੀ ਕਿ ਮੈਂ ਮਾਨਯੋਗ ਭਗਵੰਤ ਮਾਨ ਤੋਂ ਉਹਨਾਂ ਦੀ ਜਾਤੀ ਜ਼ਿੰਦਗੀ ਬਾਰੇ ਨਹੀਂ, ਰਾਜ ਦੇ ਹਿੱਤ ਵਿੱਚ ਜਾਣਕਾਰੀਆਂ ਮੰਗੀਆਂ ਹਨ। ਸਰਕਾਰ ਦੇ ਕੰਮਕਾਰ ਬਾਰੇ ਸਵਾਲ ਕਰਨ ਦਾ ਮੈਨੂੰ ਅਧਿਕਾਰ ਹੈ ਤੇ ਸੰਵਿਧਾਨਕ ਤੌਰ ਤੇ ਮੈਨੂੰ ਇਹ ਪਾਵਰ ਮਿਲੀ ਹੋਈ ਹੈ। ਰਾਜ ਸਰਕਾਰ ਨੂੰ ਮੇਰੇ ਸਵਾਲਾਂ ਦਾ ਜਵਾਬ ਦੇਣਾ ਹੀ ਪਏਗਾ। ਭਗਵੰਤ ਮਾਨ ਨੇ ਪਲਟਵਾਰ ਕਰਕੇ ਗਵਰਨਰ ਨੂੰ ਕਿਹਾ ਕਿ ਜੇ ਉਹਨਾਂ ਨੂੰ ਪਾਵਰ ਦਾ ਇੰਨਾ ਹੀ ਸ਼ੌਂਕ ਹੈ ਤਾਂ ਆਪਣੇ ਗ੍ਰਹਿ ਰਾਜ ਰਾਜਸਥਾਨ ਜਾ ਕੇ ਇਲੈਕਸ਼ਨ ਲੜ ਲੈਣ ਤੇ ਮੁੱਖ ਮੰਤਰੀ ਬਣ ਜਾਣ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਪ੍ਰਤੀ ਜਵਾਬਦੇਹ ਹਾਂ, ਤੁਹਾਡੇ ਪ੍ਰਤੀ ਨਹੀਂ। ਹਾਲਾਂਕਿ ਬਾਅਦ ਵਿੱਚ ਸਰਕਾਰ ਵੱਲੋਂ ਕਈ ਜਾਣਕਾਰੀਆਂ ਉਪਲਬਧ ਕਰਵਾ ਦਿੱਤੀਆਂ ਗਈਆਂ ਤੇ ਬਾਕੀਆਂ ਬਾਰੇ ਉਡੀਕ ਕਰਨ ਦੀ ਬੇਨਤੀ ਕੀਤੀ ਤਾਂ ਜੋ ਜ਼ਰੂਰੀ ਦਸਤਾਵੇਜ਼ ਅਤੇ ਅੰਕੜੇ ਇਕੱਠੇ ਕੀਤੇ ਜਾ ਸਕਣ। ਜਾਣਕਾਰੀ ਪ੍ਰਾਪਤੀ ਦੀਆਂ ਵੱਧਦੀਆਂ ਚਿੱਠੀਆਂ ਤੋਂ ਚਿੜੇ ਭਗਵੰਤ ਮਾਨ ਨੇ ਰਾਜਪਾਲ ਨੂੰ ਵਿਹਲੇ ਕਹਿ ਦਿੱਤਾ। ਰਾਜਪਾਲ ਨੇ ਇਸ ਨੂੰ ਆਪਣੀ ਤੋਹੀਨ ਸਮਝਿਆ ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਦਿੱਤੀ, ਪਰ ਕੋਈ ਵੀ ਕਦਮ ਨਾ ਲਿਆ। ਭਗਵੰਤ ਮਾਨ ਰੋਜ਼-ਰੋਜ਼ ਦੀਆਂ ਜਾਣਕਾਰੀਆਂ ਨੁਮਾ ਚਿੱਠੀਆਂ ਤੋਂ ਇੰਨੇ ਵਿਅਕਲ ਹੋ ਗਏ ਕਿ ਰਾਜ ਭਵਨ ਦੇ ਬਾਹਰ ਲੱਗੀਆਂ ਤੋਪਾਂ ਨਾਲ ਰਾਜਪਾਲ ਨੂੰ ਜੋੜ ਲਿਆ। ਉਹਨਾਂ ਕਿਹਾ ਕਿ ਰਾਜਪਾਲ ਇਹਨਾਂ ਤੋਪਾਂ ਰਾਹੀਂ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਅਮੈਂਡਮੈਂਟ ਐਕਟ 23 ਵਿਧਾਨ ਸਭਾ ਵਿੱਚ ਪੇਸ਼ ਕਰਕੇ ਰਾਜਪਾਲ ਨੂੰ ਵੱਡਾ ਝਟਕਾ ਦਿੱਤਾ, ਜਿਸ ਰਾਹੀਂ ਭਵਿੱਖ ਵਿੱਚ ਪੰਜਾਬ ਵਿਚਲੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਰਾਜਪਾਲ ਨਹੀਂ, ਪੰਜਾਬ ਦੇ ਮੁੱਖ ਮੰਤਰੀ ਹੋਇਆ ਕਰਨਗੇ। ਹਾਲਾਂਕਿ ਇਸ ਬਿੱਲ ਤੇ ਰਾਜਪਾਲ ਦੀ ਮਨਜ਼ੂਰੀ ਅਜੇ ਮਿਲ ਨਹੀਂ ਸਕੀ, ਪਰ ਰਾਜਪਾਲ ਇਸ ਮਸਲੇ ਤੇ ਭਾਵੇਂ ਦੁਚਿੱਤੀ ਵਿੱਚ ਹਨ ਪਰ ਮਨਜ਼ੂਰੀ ਦੇਣੀ ਹੀ ਪਏਗੀ, ਕਿਉਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕਾਨੂੰਨ ਪੱਛਮੀ ਬੰਗਾਲ ਵਿੱਚ ਲਾਗੂ ਹੋ ਚੁੱਕਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਹਾਰ ਨਹੀਂ ਮੰਨੀ ਤੇ ਅੱਗੇ ਵੱਧ ਕੇ ਪੰਜਾਬ ਦੀ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਟਿੱਪਣੀ ਕਰਕੇ ਰਾਜ ਸਰਕਾਰ ਕੋਲੋਂ ਜਵਾਬ ਤਲਬੀ ਕੀਤੀ ਤਾਂ ਭਗਵੰਤ ਮਾਨ ਦੇ ਸਬਰ ਦਾ ਬੰਨ ਟੁੱਟ ਗਿਆ। ਉਹਨਾਂ ਕੇਂਦਰੀ ਨੁਮਾਇੰਦੇ ਰਾਜਪਾਲ ਤੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ। ਉਹਨਾਂ ਹਰਿਆਣਾ ਵਿੱਚ ਨੂੰਹ ਜ਼ਿਲ੍ਹੇ ਵਿੱਚ ਹੋਈ ਭਾਰੀ ਹਿੰਸਾ ਤੋਂ
ਤੋਂ ਬਾਅਦ ਵੀ ਰਾਜਪਾਲ ਦੀ ਚੁੱਪੀ ਨੂੰ ਸਵਾਲ ਕਰ ਦਿੱਤਾ। ਮਨੀਪੁਰ ਦੀ ਬੇਮਿਸਾਲ ਤੇ ਲਗਾਤਾਰ ਹਿੰਸਾ ਵਿੱਚ ਰਾਜਪਾਲ ਦਾ ਨਾਮ ਹੀ ਦੱਸ ਦਿਓ ਕਹਿ ਕੇ ਰਾਜਪਾਲ ਨੂੰ ਬੈਕਫੁੱਟ ਤੇ ਧੱਕ ਦਿੱਤਾ। ਮਹਾਰਾਸ਼ਟਰ ਵਿੱਚ ਰਾਜਪਾਲ ਸਵੇਰੇ 4 ਵਜੇ ਸਰਕਾਰ ਨੂੰ ਸਹੁੰ ਚੁਕਾ ਸਕਦੇ ਹਨ ਤੇ ਭਗਵੰਤ ਮਾਨ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਉੱਤਰ ਪ੍ਰਦੇਸ਼ ਦਾ ਜ਼ਿਕਰ ਵੀ ਕੀਤਾ, ਜਿੱਥੇ ਬਹੁਤ ਕੁਝ ਹੋ ਰਿਹਾ ਹੈ ਪਰ ਰਾਜਪਾਲ ਦਾ ਕੋਈ ਥੋ ਪਤਾ ਹੀ ਨਹੀਂ, ਸਭ ਕੁਝ ਜੋਗੀ ਹੀ ਹਨ। ਹਾਲ ਹੀ ਵਿੱਚ ਗੁਆਂਢੀ ਸੂਬੇ ਨਾਲ ਦੁਵੱਲੇ ਮਸਲਿਆਂ ਨੂੰ ਲੈ ਕੇ ਹੋਈਆਂ 2 ਮੀਟਿੰਗਾਂ ਤੋਂ ਬਾਅਦ ਮੁੱਖ ਮੰਤਰੀ ਬੜੇ ਅਸਹਿਜ ਤੇ ਮੁਖਰ ਦਿਖਾਈ ਦਿੱਤੇ। ਉਹਨਾਂ ਇਲਜ਼ਾਮ ਲਗਾਇਆ ਕਿ ਪਾਣੀਆਂ ਦੇ ਮਸਲੇ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਪ੍ਰੋਹਤ ਜੀ ਹਰਿਆਣੇ ਦਾ ਪੱਖ ਲੈਂਦੇ ਜਾਪਦੇ ਸਨ। ਦੂਸਰੀ ਮੀਟਿੰਗ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਕਾਲਜਸ ਦੀ ਐਫੀਲੀਏਟਡ ਨੂੰ ਲੈ ਕੇ ਸੀ। ਭਗਵੰਤ ਮਾਨ ਨੇ ਜਨਤਕ ਤੌਰ ਤੇ ਗਵਰਨਰ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਵੱਲ ਹੋ ਜਾਂ ਹਰਿਆਣੇ ਵੱਲ। ਰੱਸਾਕਸ਼ੀ, ਤਨਾਤਨੀ, ਬਦਕਲਾਮੀ ਅਤੇ ਰਾਜ ਦੇ 2 ਪ੍ਰਮੁੱਖਾਂ ਵਿੱਚ ਵੱਧਦੀ ਕੁੜੱਤਣ ਕਿਸੇ ਵੀ ਤਰ੍ਹਾਂ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਜ਼ਾਹਿਰ ਹੈ ਸਰਕਾਰ ਦਾ ਕਾਫੀ ਸਮਾਂ ਤੇ ਸਾਧਨ ਇਸ ਸਮੱਸਿਆ ਤੋਂ ਪਾਰ ਲੈਣ ਲਈ ਲੱਗ ਜਾਂਦੇ ਨੇ ਤੇ ਰਾਜ ਦੇ ਜ਼ਰੂਰੀ ਕੰਮ ਪ੍ਰਭਾਵਿਤ ਹੋ ਰਹੇ ਹਨ। ਸੰਵਿਧਾਨ ਅਨੁਸਾਰ ਰਾਜਪਾਲ ਮੰਤਰੀ ਪ੍ਰੀਸ਼ਦ ਦੀ ਸਲਾਹ ਤੇ ਸਹਿਯੋਗ ਨਾਲ ਹੀ ਕੰਮ ਕਰ ਸਕਦਾ ਹੈ। ਰਾਜਪਾਲ ਦੀਆਂ ਸ਼ਕਤੀਆਂ ਬੜੀਆਂ ਹੀ ਸੀਮਿਤ ਹਨ, ਪਰ ਰਾਜਪਾਲ ਨੇ ਪੰਜਾਬ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਸ਼ਾਸਨ ਦੀ ਧਮਕੀ ਲੋਕ ਰਾਜ ਦਾ ਅਪਮਾਨ ਹੈ। ਭਾਵੇਂ ਨਿਕਟ ਭਵਿੱਖ ਵਿੱਚ ਇਸ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਦੋਵੇਂ ਸੰਵਿਧਾਨਕ ਮੁਖੀਆਂ ਦੇ ਸਬੰਧਾਂ ਵਿੱਚ ਕੁੜੱਤਣ ਨੂੰ ਘਟਾਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਬਿਹਤਰ ਕੰਮ ਕੀਤੇ ਜਾ ਸਕਣ। ਅੱਜ ਦਾ ਇਹ ਐਪੀਸੋਡ ਆਪ ਜੀ ਨੂੰ ਕਿਹੋ ਜਿਹਾ ਲੱਗਾ ਕਮੈਂਟਸ ਵਿੱਚ ਜ਼ਰੂਰ ਦੱਸਣਾ। ਇੱਕ ਲਾਈਕ ਤੇ ਸਬਸਕ੍ਰਾਈਬ ਤਾਂ ਬਣਦਾ ਹੀ ਹੈ।